हाँ जी प्यारे विद्यार्थियों, अज ਤੁਹਾਨੂੰ ਅਸੀਂ ਕਰਾ ਰਹੇ ਹੈਗੇ ਹਾਂ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਦੀ ਐਲੀਮੈਂਟ। ਵੀ ਆਲਰੇਡੀ ਡਨ ਦਿਸ ਟੌਪਿਕ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਅੱਜ ਇਹਦੇ ਵਿੱਚ ਜੋ ਕਮੀਆਂ ਰਹਿ ਗਈਆਂ ਹਨ ਪੀਰੀਓਡਿਕ ਟੇਬਲ ਦੀਆਂ ਉਹ ਪੂਰੀਆਂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਹੈਗਾ ਡੌਬਨੀਅਰ ਦਾ ਤਿੱਕੜੀ ਨਿਯਮ। ਤਾਂ ਡੌਬਨੀਅਰ ਨੇ ਜੋ ਕਲਾਸੀਫਿਕੇਸ਼ਨ ਦਿੱਤੀ ਸੀ ਉਹਦੇ ਅਕੋਰਡਿੰਗ ਕਿਆ ਸੀਗਾ, ਗਰੁੱਪਸ ਨੂੰ ਤਿੰਨ ਦੇ ਵਿੱਚ ਅਰੇਂਜ ਕੀਤਾ ਸੀਗਾ। ਅਤੇ ਜਿਹੜਾ ਜਿਵੇਂ ਕਲੋਰੀਨ ਅਤੇ ਆਇਓਡੀਨ ਦਾ ਐਵਰੇਜ ਮਾਸ ਅਸੀਂ ਲੈਂਦੇ ਹਾਂ ਤਾਂ ਉਹ ਕਿਹਦਾ ਆ ਜਾਂਦਾ, ਬਰੋਮੀਨ ਦਾ ਆ ਜਾਂਦਾ। ਤਾਂ ਅੱਜ ਸਿਰਫ ਇਸ ਟੌਪਿਕ ਦੇ ਵਿੱਚ ਵੀ ਆਰ ਡੀਲਿੰਗ ਵਿਦ ਅਨੋਮਲੀਜ਼। ਵਟ ਆਰ ਦੀ ਸ਼ੋਰਟ ਕਮਿੰਗਸ ਆਫ ਪੀਰੀਓਡਿਕ ਟੇਬਲ ਜਾਂ ਡੌਬਨੀਅਰ ਦੇ ਟਰਾਈਏਡ ਦੇ ਵਿੱਚ ਕੀ ਕਮੀਆਂ ਰਹਿ ਗਈਆਂ ਸਨ। ਇਹ ਸਿਰਫ 9 ਐਲੀਮੈਂਟਸ ਤੱਕ ਹੀ ਲਿਮਿਟਡ ਸੀਗਾ, ਠੀਕ ਹੈ। ਇਸ ਤੋਂ ਬਾਅਦ ਜਿਹੜੇ ਐਲੀਮੈਂਟਸ ਸੀ ਉਹਨਾਂ ਦੀਆਂ ਇਹ ਤਿੱਕੜੀਆਂ ਨਹੀਂ ਬਣਾ ਸਕਿਆ, ਮੀਨਜ਼ ਟਰਾਈਏਡਸ ਕਾਂਟ ਬੀ ਫੋਰਮਡ, ਠੀਕ ਹੈ। ਉਸ ਤੋਂ ਬਾਅਦ ਵਾਲਿਆਂ ਦੀਆਂ ਤਿੱਕੜੀਆਂ ਜਿਵੇਂ ਆਹ 3 ਗਰੁੱਪਾਂ 'ਤੇ ਹੀ ਲਾਗੂ ਹੁੰਦੀਆਂ ਸਨ, 9 ਐਲੀਮੈਂਟਸ ਤੱਕ ਹੀ। ਉਸ ਤੋਂ ਬਾਅਦ ਇਹਨਾਂ ਦੀਆਂ ਜਿਹੜੀਆਂ ਟਰਾਈਏਡਸ ਹੋਰ ਐਲੀਮੈਂਟਸ ਨੂੰ ਜਦੋਂ ਇੱਦਾਂ ਟਰਾਈਏਡਸ ਤਿੱਕੜੀ ਦੇ ਰੂਪ 'ਚ ਉਹਨੇ ਐਵਰੇਜ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਸਹੀ ਨਹੀਂ ਹੋਇਆ, ਠੀਕ ਹੈ, ਪ੍ਰੂਵ ਹੋਇਆ ਸਿਰਫ ਇਹਨਾਂ 3 'ਤੇ ਹੀ। ਤਾਂ ਇਹ ਇਸ ਦੀ ਸਭ ਤੋਂ ਵੱਡੀ ਕਮੀ ਸੀਗੀ ਜਿਹੜੀ ਅਸੈਪਟ ਨਹੀਂ ਕੀਤੀ ਗਈ। ਉਸ ਤੋਂ ਬਾਅਦ ਨਿਊਲੈਂਡ ਸਕੇਲ ਹੈ। ਨਿਊਲੈਂਡ ਦੇ ਟਾਈਮ ਉਹ ਕੀ ਸੋਚਦਾ ਸੀ ਕਿ ਸਿਰਫ ਹਜੇ ਤੱਕ 56 ਐਲੀਮੈਂਟਸ ਦਾ ਹੀ ਪਤਾ ਸੀਗਾ ਉਸਨੂੰ। ਉਸ ਤੋਂ ਬਾਅਦ ਦੇ ਐਲੀਮੈਂਟਸ ਦੇ ਬਾਰੇ ਉਹਨੂੰ ਨੌਲੇਜ ਨਹੀਂ ਸੀਗੀ, ਪਤਾ ਹੀ ਨਹੀਂ ਸੀਗੇ, ਉਦੋਂ ਡਿਸਕਵਰ ਹੀ ਨਹੀਂ ਹੋਏ ਸੀਗੇ। ਤਾਂ ਇਹ ਜਿਹੜੇ ਹੈਗੇ ਆ ਉਹਨੇ ਮਿਊਜ਼ੀਕਲ ਸਕੇਲ ਦੇ ਅਕੋਰਡਿੰਗ ਅਰੇਂਜ ਕੀਤੇ ਹੈਗੇ। ਪਰ ਇਹਦੇ ਵਿੱਚ ਦੇਖੋ ਜਿਵੇਂ ਫਲੋਰੀਨ, ਹਾਈਡਰੋਜਨ, ਕਲੋਰੀਨ, ਬਰੋਮੀਨ, ਨਿਕਲ, ਕੋਬਾਲਟ। ਹਾਈਡਰੋਜਨ ਗੈਸ ਹੁੰਦੀ ਹੈ, ਕਲੋਰੀਨ ਗੈਸ ਹੁੰਦੀ ਹੈ, ਕੋਬਾਲਟ ਅਤੇ ਨਿਕਲ ਜਿਹੜੀਆਂ ਹੈਗੀਆਂ ਧਾਤਾਂ ਹੈ। ਤਾਂ ਇਹਦੇ ਅਕੋਰਡਿੰਗ ਇੱਕ ਗਰੁੱਪ ਦੇ ਵਿੱਚ ਜਿਹੜੇ ਹੈਗੇ ਆ ਡਿਸਸਿਮਿਲਰ ਪ੍ਰੋਪਰਟੀਜ਼ ਵਾਲੇ ਐਲੀਮੈਂਟਸ ਆ ਰਹੇ ਆ। ਕੋਈ ਜਿਵੇਂ ਹਾਈਡਰੋਜਨ ਗੈਸ ਹੈ, ਕੋਬਾਲਟ ਮੈਟਲ ਹੈ, ਬਰੋਮੀਨ ਕੀ ਹੁੰਦੀ ਹੈ, ਲਿਕੁਇਡ ਹੁੰਦੀ ਹੈ ਰੂਮ ਟੈਂਪਰੇਚਰ 'ਤੇ। ਤਾਂ ਇਹ ਵੀ ਇੱਕ ਸ਼ਾਰਟ ਕਮਿੰਗ ਹੈਗੀ ਹੈ ਨਿਊਲੈਂਡ ਓਕਟੇਵ ਰੂਲ ਦੇ ਵਿੱਚ। ਓਕਟੇਵ ਰੂਲ ਕੀ ਸੀਗਾ ਕਿ ਉਹਨੇ ਜਿੰਨੇ ਵੀ ਐਲੀਮੈਂਟ 56 ਉਸ ਟਾਈਮ 'ਤੇ ਪਤਾ ਸੀਗੇ ਤਾਂ ਉਹਨਾਂ ਨੂੰ ਉਸਨੇ ਕੀ ਕੀਤਾ, ਮਿਊਜ਼ਿਕ ਸਕੇਲ ਦੇ ਅਕੋਰਡਿੰਗ ਵੀ ਜਿਹੜਾ ਹਰ 7ਵਾਂ ਐਲੀਮੈਂਟ ਹੋਏਗਾ ਉਹ ਪਹਿਲੇ ਵਰਗੀਆਂ ਪ੍ਰੋਪਰਟੀਜ਼ ਸ਼ੋਅ ਕਰੇਗਾ, ਪਰ ਇੱਦਾਂ ਨਹੀਂ ਸੀਗਾ, ਠੀਕ ਹੈ। ਤਾਂ ਜਿਵੇਂ ਆਹੀ ਪਹਿਲੇ ਗਰੁੱਪ 'ਚ ਚੱਲੋ, ਕਾਪਰ ਹੈ ਇੱਥੇ ਮੈਟਲ, ਠੀਕ ਹੈ, ਅਤੇ ਲਿਥੀਅਮ ਵੀ ਮੈਟਲ ਹੈਗੀ ਹੈ, ਸੋਡੀਅਮ ਪੋਟਾਸ਼ੀਅਮ ਵੀ ਮੈਟਲ ਹੈਗੀ ਆ, ਪਰ ਡਿਸਿਮਿਲਰ ਕਾਪਰ ਇਸ ਗਰੁੱਪ 'ਚ ਨਹੀਂ ਆ ਸਕਦਾ ਹੈਗਾ, ਠੀਕ। ਤਾਂ ਇੱਦਾਂ ਦੀ ਇਹਦੇ ਵਿੱਚ ਸ਼ਾਰਟ ਕਮਿੰਗ ਸੀਗੀਆਂ ਨਿਊਲੈਂਡ ਦੀ ਕਲਾਸੀਫਿਕੇਸ਼ਨ ਦੇ ਵਿੱਚ। ਇਸ ਕਰਕੇ ਇਹਨੂੰ ਲਿਮੀਟੇਸ਼ਨ ਯੂ ਕੈਨ ਸੇ ਅਨੋਮਲੀਜ਼ ਵਟ ਆਰ ਦੀ ਸ਼ਾਰਟ ਕਮਿੰਗਸ ਆਫ ਦੀ ਨਿਊਲੈਂਡ ਸਕੇਲ। ਉਸ ਤੋਂ ਬਾਅਦ ਆ ਗਿਆ ਮੈਂਡਲੀਵ ਦਾ ਪੀਰੀਓਡਿਕ ਟੇਬਲ। ਮੈਂਡਲੀਵ ਨੂੰ ਦੇ ਟਾਈਮ ਵੀ ਇੰਨੇ ਹੀ ਤੱਤਾਂ ਦਾ ਪਤਾ ਸੀਗਾ ਜਿੰਨੇ 60 ਜਾਂ। ਤਾਂ ਇਹਨੇ ਕੀ ਕੀਤਾ ਹੈਗਾ, ਅਕੋਰਡਿੰਗ ਟੂ ਅਟੋਮਿਕ ਮਾਸ ਐਜ਼ ਇਨ ਪ੍ਰੀਵੀਅਸ ਲੈਕਚਰ ਆਈ ਟੋਲਡ ਯੂ। ਤਾਂ ਇਹਨੇ ਜਿਹੜਾ ਹੈਗਾ ਅਟੋਮਿਕ ਮਾਸ ਦੇ ਅਕੋਰਡਿੰਗ ਅਰੇਂਜ ਕੀਤਾ। ਤਾਂ ਇਹ ਠੀਕ ਸੀਗਾ। ਜਿਵੇਂ ਇੱਥੇ ਵੀ ਦੇਖੋ ਅਲਮੀਨੀਅਮ ਅਤੇ ਸਿਲੀਕੋਨ, ਠੀਕ ਹੈ। ਅਲਮੀਨੀਅਮ ਦਾ ਭਾਰ ਕੀ ਹੈ, ਜ਼ਿਆਦਾ, ਉਹਨੇ ਪਹਿਲਾਂ ਰੱਖਿਆ ਹੈਗਾ। ਤਾਂ ਇੱਦਾਂ ਕਈ ਜਗ੍ਹਾ 'ਤੇ ਕੋਪਰ, ਕੋਬਾਲਟ ਅਤੇ ਨਿਕਲ ਵਾਲਾ ਕੱਲ੍ਹ ਤੁਹਾਨੂੰ ਦਿਖਾਇਆ ਸੀਗਾ, ਅਤੇ ਟੈਕਨੀਸ਼ੀਅਮ ਅਤੇ ਆਇਓਡੀਨ ਵਾਲਾ। ਇੱਦਾਂ ਦੀਆਂ ਕਾਬਲੀਆਂ ਥੋੜ੍ਹੀਆਂ ਜਿਹੀਆਂ ਕਮੀਆਂ ਸੀਗੀਆਂ ਇਹਦੇ ਵਿੱਚ ਕਿ ਵੱਧ ਮੋਲੀਕੂਲਰ ਮਾਸ ਵਾਲਾ ਜਾਂ ਅਟੋਮਿਕ ਮਾਸ ਵਾਲਾ ਐਲੀਮੈਂਟਸ ਪਹਿਲਾਂ ਕਿਵੇਂ ਆ ਗਿਆ। ਤਾਂ ਇਹਨਾਂ ਕਮੀਆਂ, ਔਰ ਇਸਨੇ ਇਹਦੇ ਵਿੱਚ ਆਈਸੋਟੋਪ ਨੂੰ ਵੀ ਕੋਈ ਜਗ੍ਹਾ ਨਹੀਂ ਦਿੱਤੀ ਹੈਗੀ। ਇਸ ਦੇ ਵਿੱਚ ਆਈਸੋਟੋਪਸ ਨੂੰ ਵੀ ਕੋਈ ਸਪੈਸ਼ਲ ਪੋਜੀਸ਼ਨ ਨਹੀਂ ਦਿੱਤੀ ਹੈਗੀ। ਅਤੇ ਕਈ ਐਲੀਮੈਂਟਸ ਨੂੰ ਉਹਨੇ ਇੱਕੋ ਹੀ ਕਾਲਮ ਦੇ ਵਿੱਚ ਬਹੁਤ ਸਾਰੇ ਐਲੀਮੈਂਟ, ਠੀਕ ਹੈ, ਪਲੇਸ ਕਰ ਰੱਖੇ ਹੈਗੇ ਇੱਕੋ ਹੀ ਗਰੁੱਪ ਦੇ ਵਿੱਚ। ਜਿਵੇਂ ਆਹ ਇੱਥੇ ਦੇਖੋ ਇੱਕੋ ਹੀ, ਠੀਕ ਹੈ, ਗਰਿਡ ਦੇ ਵਿੱਚ 2 ਪੀਰੀਅਡ ਜਾਂ ਗਰੁੱਪ ਦੇ ਵਿੱਚ 2 ਐਲੀਮੈਂਟਸ ਉਹਨੇ ਅਰੇਂਜ ਕੀਤੇ ਹੋਏ ਆ। ਤਾਂ ਇਹਦਾ ਮਤਲਬ ਇਹਨਾਂ ਦੀਆਂ ਪ੍ਰੋਪਰਟੀਜ਼ ਸੇਮ ਹੋਣਗੀਆਂ, ਪਰ ਇਹ ਨਹੀਂ ਸੀਗੀਆਂ, ਇਹਨਾਂ ਦੀਆਂ ਪ੍ਰੋਪਰਟੀਜ਼ ਸੇਮ ਨਹੀਂ ਸੀਗੀਆਂ। ਇੱਕ ਉਹ ਹਾਈਡਰੋਜਨ ਦੀ ਪੋਜੀਸ਼ਨ ਉਹਨੂੰ ਪਤਾ ਹੀ ਨਹੀਂ ਸੀਗਾ ਵੀ ਪਹਿਲੀ ਪੋਜੀਸ਼ਨ ਲਏਗੀ ਕਿ 8ਵੇਂ ਗਰੁੱਪ 'ਚ ਆਏਗਾ।
ਠੀਕ ਹੈ, ਕਿਉਂਕਿ ਕਈ ਵਾਰੀ ਹਾਈਡਰੋਜਨ ਪੋਜ਼ੀਟਿਵ ਅਤੇ ਨੈਗੇਟਿਵ ਦੋਨੋਂ ਤਰ੍ਹਾਂ ਦੀਆਂ ਸਟੇਟਸ ਸ਼ੋ ਕਰਦਾ ਕਿ ਟਾਈਮ ਅਤੇ ਅਨਾਈਨ ਦੋਨੋਂ ਬਣਾਉਂਦਾ, ਤਾਂ ਇਹਦੇ ਬਾਰੇ ਵੀ ਸ਼ਾਰਟਕਮਿੰਗ ਸੀਗੀ। ਦੁਬਾਰਾ ਕਰੋ। ਤਿੰਨ ਕਮੀਆਂ ਕਿਹੜੀਆਂ ਇੱਕ ਤਾਂ ਹਾਈਡਰੋਜਨ ਦੀ ਪੋਜੀਸ਼ਨ ਬਿਲਕੁਲ ਕਲੀਅਰ ਨਹੀਂ ਹੈਗੀ ਵੀ ਉਹਨੂੰ ਪਹਿਲੇ ਗਰੁੱਪ 'ਚ ਰੱਖਿਆ ਜਾਵੇ ਕਿ 8ਵੇਂ 'ਚ। ਸੈਕਿੰਡਲੀ ਆਈਸੋਟੋਪ ਦੀ ਕੋਈ ਪੋਜੀਸ਼ਨ ਨਹੀਂ ਦਿੱਤੀ ਹੈਗੀ ਉਹਨੇ, ਠੀਕ ਹੈ। ਔਰ ਥਰਡ ਹੈਗਾ ਵੱਧ ਮਾਸ ਵਾਲੇ ਐਲੀਮੈਂਟਸ ਪਹਿਲਾਂ ਕਿਵੇਂ ਆ ਗਿਆ, ਅਟੋਮਿਕ ਮਾਸ ਜਿਨ੍ਹਾਂ ਦਾ ਜ਼ਿਆਦਾ ਹੈਗਾ ਤਾਂ ਉਹਨਾਂ ਨੂੰ ਪਹਿਲਾਂ ਰੱਖਿਆ ਗਿਆ ਹੈ। ਇਹ 3 ਕਮੀਆਂ ਇਹਦੇ ਵਿੱਚ ਸੀਗੀਆਂ, ਤਾਂ ਇਸ ਕਰਕੇ ਇਹਨੂੰ ਅਸੈਪਟੈਂਸ ਨਹੀਂ ਮਿਲੀ। ਤਾਂ ਸਭ ਤੋਂ ਵਧੀਆ ਜਿਹੜਾ ਹੈਗਾ ਸਾਡਾ ਮਾਡਰਨ ਪੀਰੀਓਡਿਕ ਟੇਬਲ ਹੈ। ਮਾਡਰਨ ਪੀਰੀਓਡਿਕ ਟੇਬਲ ਜੋ ਹੈ ਦਿਖਾਇਆ ਹੋਇਆ ਤੁਹਾਡਾ ਮਾਡਰਨ ਪੀਰੀਓਡਿਕ ਟੇਬਲ। ਆਪਾਂ ਨੂੰ ਥੋੜ੍ਹਾ ਜਿਹਾ ਆਈ ਵਾਂਟ ਟੂ ਰੋਟੇਟ ਇਟ। ਮਾਡਰਨ ਪੀਰੀਓਡਿਕ ਟੇਬਲ ਜੋ ਹੈ ਤੁਹਾਡਾ, ਚਲੋ ਇੱਦਾਂ ਕਰਕੇ ਦੇਖ ਲਓ। ਇਸ 'ਚ ਜਿਹੜੇ ਐਟਮਸ ਨੂੰ ਹੈ ਉਹਨਾਂ ਦੇ ਅਟੋਮਿਕ ਨੰਬਰ ਦੇ ਅਕੋਰਡਿੰਗ ਰੱਖਿਆ ਗਿਆ ਹੈਗਾ। ਜਿਹੜਾ ਘੱਟ ਅਟੋਮਿਕ ਨੰਬਰ ਮੀਨਸ ਨੰਬਰ ਆਫ ਇਲੈਕਟ੍ਰੋਨਸ ਦੇ ਅਕੋਰਡਿੰਗ ਇਹਨੂੰ ਅਰੇਂਜ ਕੀਤਾ ਗਿਆ ਹੈਗਾ। ਜਿਹਦੇ ਵਿੱਚ ਘੱਟ ਇਲੈਕਟ੍ਰੋਨ ਹੈ ਉਹਨੂੰ ਪਹਿਲਾਂ, ਜਿਹਦੇ ਵਿੱਚ ਵੱਧ ਇਲੈਕਟ੍ਰੋਨ ਹੈ ਉਹਨੂੰ, ਹਾਈਡਰੋਜਨ ਦਾ 1 ਇਲੈਕਟ੍ਰੋਨ ਹੈ ਤਾਂ ਉਹਨੂੰ ਪਹਿਲੀ ਪੋਜੀਸ਼ਨ, ਗਰੁੱਪ ਦੇ ਵਿੱਚ ਸੋਡੀਅਮ ਦੇ 11 ਹੈ ਤਾਂ ਅਕੋਰਡਿੰਗ ਟੂ ਇਲੈਕਟ੍ਰੋਨਿਕ ਕਨਫੀਗਰੇਸ਼ਨ ਉਹਨੂੰ ਕੀ ਹੈ ਪਹਿਲੇ ਗਰੁੱਪ ਦੇ ਵਿੱਚ ਰੱਖਿਆ ਗਿਆ ਹੈਗਾ। ਤਾਂ ਇੱਦਾਂ ਸਟੱਡੀ ਕਰਨਾ ਵੀ ਈਜ਼ੀ ਹੈ। ਔਰ ਸਿਮੀਲਰ ਪ੍ਰੋਪਰਟੀਜ਼ ਵਾਲੇ ਜਿਹੜੇ ਹੈਗੇ ਆ ਐਲੀਮੈਂਟਸ, ਜਿਵੇਂ ਹਾਈਡਰੋਜਨ, ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ, ਫਰੈਂਸੀਅਮ, ਇਹਨਾਂ ਸਭ ਦੇ ਬਾਹਰਲੇ ਔਰਬਿਟਲ 'ਚ ਇੱਕ ਇਲੈਕਟ੍ਰੋਨ ਹੁੰਦਾ। ਆਊਟਰ ਮੋਸਟ ਔਰਬਿਟਲਸ ਦੇ ਵਿੱਚ ਹੈਵਿੰਗ ਇਲੈਕਟ੍ਰੋਨਿਕ ਕਨਫੀਗਰੇਸ਼ਨ ਆਲਮੋਸਟ ਸੇਮ, means you can say in outermost electrons contain 1 ਇਲੈਕਟ੍ਰੋਨ। ਤਾਂ ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਆ, ਸਿਮਿਲਰ ਹੋਣਗੀਆਂ। ਇਸੇ ਤਰ੍ਹਾਂ ਸੈਕਿੰਡ ਗਰੁੱਪ 'ਚ ਹੈ, ਇਹਨਾਂ ਦੇ ਉੱਤੇ 2 ਪੋਜ਼ੀਟਿਵ ਵੈਲੈਂਸੀ ਆ ਗਈ, ਇਹਨਾਂ ਦੇ ਬਾਹਰਲੇ 'ਚ 2 8 2 ਇੱਦਾਂ ਕਰਕੇ 2 8 8 2 ਬਾਹਰਲੇ 'ਚ 2 ਇਲੈਕਟ੍ਰੋਨ ਹੈ, ਤਾਂ ਕਰਕੇ ਅਸੀਂ ਇਹਨਾਂ ਨੂੰ ਸੈਕਿੰਡ ਗਰੁੱਪ 'ਚ ਰੱਖਿਆ ਗਿਆ ਹੈਗਾ, ਠੀਕ ਹੈ। ਉਸ ਤੋਂ ਬਾਅਦ ਇੱਧਰ ਦੇਖ ਲਓ ਕਾਰਬਨ ਦੇ ਵਿੱਚ ਕਿੰਨੇ ਹੈਗੇ ਆਊਟਰ ਮੋਸਟ ਇਲੈਕਟ੍ਰੋਨ, 4 2 ਅਤੇ 4 6 ਹੁੰਦਾ ਇਹਦਾ ਅਟੋਮਿਕ ਨੰਬਰ K ਅਤੇ L 'ਚ। ਤਾਂ ਇਹਨੂੰ 14 'ਚ ਰੱਖਿਆ। ਤੁਹਾਨੂੰ ਕੱਲ੍ਹ ਵੀ ਦੱਸਿਆ ਸੀ 2 ਪਹਿਲੇ ਗਰੁੱਪ ਹੋ ਗਏ, 10 ਵਿਚਲੇ ਵਿੱਚ ਜੋ ਅਸੀਂ, ਠੀਕ ਹੈ, ਟ੍ਰਾਂਜੀਸ਼ਨ ਮੈਟਲਸ, ਅਤੇ ਫਿਰ 6 ਇਹਨਾਂ ਦੇ 14 ਕਿਹਦੇ ਆ ਜਾਣਗੇ, ਲੈਂਥੇਨਮ, ਐਕਟੇਨਮ ਵਾਲੇ 6 ਜਿਹੜੇ ਹੈਗੇ ਆਹ ਕੋਲਮ। ਇਸ ਕਰਕੇ ਇਹਨਾਂ 10 ਦੇ ਕਰਕੇ ਤਾਂ ਆਕਸੀਜਨ ਨੂੰ ਅਸੀਂ ਕੀ ਹੈ 16ਵੇਂ ਗਰੁੱਪ 'ਚ ਰੱਖਿਆ ਹੈਗਾ। ਕਿਸੇ ਵੀ ਐਲੀਮੈਂਟਸ ਦਾ ਪਤਾ ਲਗਾਉਣਾ, ਸਪੋਜ਼ ਅਸੀਂ ਐਲੂਮੀਨੀਅਮ ਦਾ ਹੀ ਪਤਾ ਲਗਾਉਣਾ ਹੈ ਕਿਹੜੇ ਪੀਰੀਅਡ 'ਚ ਆਏਗਾ, ਠੀਕ ਹੈ, ਕਿਹੜੇ ਪੀਰੀਅਡ ਦੇ ਵਿੱਚ ਆਏਗਾ। ਐਲੂਮੀਨੀਅਮ ਦਾ ਦੇਖੋ 13 ਹੁੰਦਾ ਅਟੋਮਿਕ ਨੰਬਰ, ਤੁਸੀਂ ਇਹਦੀ ਇਲੈਕਟ੍ਰੋਨਿਕ ਤਰਤੀਬ ਕਿਵੇਂ ਲਿਖੋਗੇ, 2 8 3। ਤਾਂ ਕਿੰਨੇ ਔਰਬਿਟਲ ਭਰੇ ਆ, 3, ਇਸ ਕਰਕੇ ਤੀਜੇ ਪੀਰੀਅਡ 'ਚ ਹੋਏਗਾ, ਠੀਕ ਹੈ। ਔਰ ਗਰੁੱਪ ਕਿਹੜਾ ਹੋਏਗਾ, ਕਿਹੜਾ ਗਰੁੱਪ ਹੋਏਗਾ ਬੇਟਾ ਦੱਸੋ, ਬੋਲੋ ਫਟਾਫਟ। ਤਾਂ ਕਿਹੜੇ ਗਰੁੱਪ 'ਚ ਹੋਏਗਾ ਇਹ, ਗਰੁੱਪ 13ਵੇਂ 'ਚ। 2 ਅਤੇ 10 ਉਸ ਤੋਂ ਬਾਅਦ ਇਹਦੇ, ਠੀਕ ਹੈ, ਜਿਹੜੇ ਇਲੈਕਟ੍ਰੋਨ ਹੈਗੇ 2 ਅਤੇ 10 ਕਿਵੇਂ ਲਏ ਆ, ਦੁਬਾਰਾ ਤੁਸੀਂ ਦੇਖ ਸਕਦੇ ਹੋ। 2 ਤਾਂ ਆਹ ਵਾਲੇ ਗਰੁੱਪ ਹੋ ਗਏ, ਠੀਕ ਹੈ, 2 ਤਾਂ ਤੁਹਾਡੇ ਇਹ ਵਾਲੇ ਗਰੁੱਪ ਹੋ ਗਏ। ਉਸ ਤੋਂ ਬਾਅਦ 10 ਆਹ ਵਾਲੇ ਹੋ ਗਏ, 10 ਆ ਮੈਟਲਸ ਵਾਲੇ ਤੁਸੀਂ ਛੱਡੋਗੇ, ਠੀਕ ਹੈ, 10 ਇਹ ਵਾਲੇ ਜੋ ਚੱਲ ਰਹੇ ਆ ਅਤੇ 6 ਇਹ। ਇਸ ਕਰਕੇ ਇਹਨਾਂ ਦੇ ਵਿੱਚ 10 ਐਡ ਕਰਕੇ ਇਹਨਾਂ ਨੂੰ ਲੈਣਾ ਹੈਗਾ। ਤਾਂ ਮਾਡਰਨ ਪੀਰੀਓਡਿਕ ਟੇਬਲ ਜਿਹੜਾ ਹੈਗਾ ਅੱਛੀ ਤਰ੍ਹਾਂ ਅਰੇਂਜ ਹੈਗਾ ਅਟੋਮਿਕ ਨੰਬਰ ਦੇ ਅਕੋਰਡਿੰਗ ਹੈਗਾ ਸਾਡਾ ਮਾਡਰਨ ਪੀਰੀਓਡਿਕ ਟੇਬਲ। ਔਰ ਤੁਹਾਨੂੰ ਇਹਨੂੰ ਯਾਦ ਕਰਨ ਦਾ ਮੈਥਡ ਦੱਸਿਆ ਸੀ, ਹਲੀਨਾ ਨੇ ਕੀ ਰੱਬ ਸੇ ਫਰਿਆਦ, ਇੱਦਾਂ ਨਿਮੋਨਿਕਸ ਟੈਕਨੀਕ ਨਾਲ ਤੁਸੀਂ ਇਹਨੂੰ ਹਾਈਡਰੋਜਨ, ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਰੂਬੀਡੀਅਮ, ਸੀਜ਼ੀਅਮ ਅਤੇ ਫਰੈਂਸੀਅਮ। ਅਗਲਾ ਹੈਗਾ ਜਿਵੇਂ
ਤੇ ਇਸ ਗਰੁੱਪ ਨੂੰ ਤੁਸੀਂ ਯਾਦ ਕਰਨਾ ਹੈ, ਬ੍ਰਿੰਗ ਆਲੂ ਗਾਜਰ ਇਨ ਥੈਲੀ। ਤਾਂ ਇਹਨੂੰ ਵੀ ਤੁਸੀਂ ਇੱਦਾਂ ਫਸਟ ਕੈਪੀਟਲ ਲੈਟਰ ਨਿਮੋਨਿਕਸ ਦਾ ਲੈ ਕੇ ਇਹਨੂੰ ਯਾਦ ਕਰ ਸਕਦੇ ਹੋ। ਕੈਪਟਨ ਸਿਕੰਦਰ ਜੀ ਸਨ ਪੰਜਾਬ। ਤਾਂ ਕਾਰਬਨ, ਸਿਲੀਕॉन, ਜਰਮੇਨੀਅਮ, ਟਿਨ ਤੇ ਲੈਡ। ਨਾਈਟ੍ਰੋਜਨ ਉਹਦੇ ਬਾਅਦ ਨੋ ਪਾਪਾ ਅਸੀਂ ਸਭ ਬਿਮਾਰ। ਨਾਈਟ੍ਰੋਜਨ, ਫੋਸਫੋਰਸ, ਆਰਸੈਨਿਕ, ਐਂਟੀਮਨੀ, ਬਿਸਮਤ। ਠੀਕ ਹੈ। ਉਸ ਤੇਰਾ ਹਾਲ ਉਸ ਪੁੱਛਿਆ OS ਡਬਲ ਆਕਸੀਜਨ, ਸਲਫਰ, ਸਿਲੇਨੀਅਮ, ਟਲੂਰੀਅਮ, ਪੋਲੋਨੀਅਮ। ਉਸ ਤੇਰਾ ਪੁੱਛਾ ਫਾਈਂਡ CBI ਐਟ F ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ ਐਂਡ ਐਸਟੇਨਾਈਨ। ਠੀਕ ਹੈ। ਇੱਦਾਂ ਥੋੜ੍ਹਾ ਜਿਹਾ ਨਿਮੋਨਿਕਸ ਟੈਕਨੀਕ ਨਾਲ ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਪਹਿਲੇ ਵਾਲਿਆਂ ਨੂੰ ਅਸੀਂ ਅਲਕਲੀ ਅਰਥ ਮੈਟਲਸ ਕਹਿੰਦੇ ਹਾਂ। ਇਹਨਾਂ ਦੇ ਘੋਲ ਕੀ ਬਣਾਉਣਗੇ? ਸੋਡੀਅਮ ਹਾਈਡਰੋਕਸਾਈਡ, ਜਿਵੇਂ ਬੇਸਿਕ ਇਨ ਨੇਚਰ ਹੋਏਗਾ, ਜਾਂ ਮੈਗਨੀਸ਼ੀਅਮ ਹੈਗਾ, ਜਾਂ ਸੈਕਿੰਡ ਗਰੁੱਪ ਹੈਗਾ ਅਲਕਲਾਈਨ ਅਰਥ ਮੈਟਲਸ। ਇਹਨਾਂ ਦੇ ਸੋਲਟ ਵੀ ਕੀ ਹੋਣਗੇ? ਘੋਲ ਕੀ ਹੋਣਗੇ? ਬੇਸਿਕ ਸੋਲੂਸ਼ਨਸ ਬਣਾਉਣਗੇ। ਠੀਕ ਹੈ। ਆਹ ਮੈਟਲਸ ਹੈਗੀਆਂ ਵਿੱਚ D ਬਲੋਕ ਐਲੀਮੈਂਟਸ ਦੇ। ਇਹਨਾਂ 'ਚ ਜਿਵੇਂ ਕੋਬਾਲਟ, ਨਿਕਲ, ਕਾਪਰ, ਟਿਨ, ਲੈਡ, ਸਿਲਵਰ, ਪਲੈਡੀਅਮ, ਕੈਡਮੀਅਮ, ਇਹ ਸਾਰੀਆਂ ਕੀ ਹੈ? ਮੈਟਲਸ ਹੈਗੀਆਂ। ਇਹਨਾਂ ਨੂੰ ਕੁਆਇਨੇਜ਼, ਇਹਨਾਂ ਤੋਂ ਸਿੱਕੇ ਬਣਦੇ ਆ, ਇਸ ਕਰਕੇ ਇਹਨਾਂ ਨੂੰ ਕੁਆਇਨੇਜ਼ ਮੈਟਲ ਕਹਿੰਦੇ ਆ। ਔਰ ਮਰਕਰੀ ਜੋ ਹੈ ਤੁਹਾਡੀ, ਇਹ ਕੀ ਹੈ? ਲਿਕੁਡ ਸਟੇਟ 'ਚ ਮੈਟਲ ਹੋਏਗੀ, ਜਿਹੜੀ ਕਿ ਰੂਮ ਟੈਂਪਰੇਚਰ 'ਤੇ ਲਿਕੁਡ ਹੁੰਦੀ ਹੈ। ਇਹਨਾਂ ਨੂੰ ਕਲਾਸੀਫਿਕੇਸ਼ਨ ਕਿਵੇਂ ਕਰਨੀ ਹੈਗੀ ਆ? ਬੋਰੋਨ ਫੈਮਿਲੀ, ਕਾਰਬਨ, ਨਾਈਟ੍ਰੋਜਨ, ਆਕਸੀਜਨ ਫੈਮਿਲੀ। ਅਤੇ ਫਲੋਰੀਨ ਵਾਲੇ ਨੂੰ ਹੈਲੋਜਨਸ ਫੈਮਿਲੀ ਕਹਿੰਦੇ ਆ। ਆਕਸੀਜਨ ਵਾਲਿਆਂ ਨੂੰ ਕੈਲਕੋਜਨਸ ਵੀ ਬੋਲਦੇ ਹੈਗੇ ਆ। ਫਲੋਰੀਨ ਵਾਲੀ ਫੈਮਿਲੀ ਨੂੰ ਅਸੀਂ ਕੀ ਬੋਲਦੇ ਹਾਂ? ਫਲੋਰੀਨ, ਕਲੋਰੀਨ, ਬ੍ਰੋਮੀਨ, ਆਇਓਡੀਨ। ਇਹਨਾਂ ਨੂੰ ਕੀ ਕਹਿਣਾ ਹੈਗਾ? ਹੈਲੋਜਨਸ। ਔਰ ਆਹ ਨੋਬਲ ਗੈਸਿਸ ਹੈ। ਨੋਬਲ ਗੈਸਿਸ ਮੀਨਸ ਇਨਰਟ ਗੈਸਿਸ। ਕਿਉਂ ਇਹਨਾਂ ਨੂੰ ਇਨਰਟ ਗੈਸਿਸ ਕਹਿੰਦੇ ਆ? ਕਿਉਂਕਿ ਇਹਨਾਂ ਦੇ ਆਊਟਰਮੋਸਟ ਇਲੈਕਟ੍ਰੋਨਸ 'ਚ, ਜਿਵੇਂ ਹੀਲੀਅਮ ਦੇ ਦੇਖੋ 2 ਇਲੈਕਟ੍ਰੋਨ ਹੈ, ਤਾਂ 2 ਪੂਰੇ ਹੈ, LM। ਉਦੋਂ ਬਾਅਦ ਨਿਓਨ ਦੇ 2 8। ਠੀਕ ਹੈ। ਫਿਰ ਆਰਗਨ ਦੇ 2 8 2। ਇੱਦਾਂ ਕਰਕੇ ਅਗਰ ਅਸੀਂ ਦੇਖੀਏ ਇਹਨਾਂ ਦੀ ਇਲੈਕਟ੍ਰੋਨਿਕ ਤਰਤੀਬ, ਤਾਂ ਆਊਟਰਮੋਸਟ ਇਲੈਕਟ੍ਰੋਨਸ ਕੀ ਹੈ? ਫੁੱਲੀ ਫਿਲਡ ਹੈਗੇ ਆ। ਠੀਕ ਹੈ। 8 ਇਲੈਕਟ੍ਰੋਨਸ ਆ ਰਹੇ, ਸੌਰੀ ਆਈ ਹੈਵ ਰਿਟਨ ਰੋਂਗ। ਇਹਨਾਂ ਦੇ ਵਿੱਚ ਜਿਵੇਂ ਨਿਓਨ ਹੈ KL 2 8। ਫਿਰ ਆਰਗਨ ਹੈ 18 2 8 8 18। ਤਾਂ ਆਊਟਰਮੋਸਟ ਕਿੰਨੇ ਆ? ਪੂਰੇ ਇਲੈਕਟ੍ਰੋਨਸ ਭਰੇ ਹੋਏ ਆ। ਤਾਂ ਕਰਕੇ ਇਹਨਾਂ ਨੂੰ ਅਸੀਂ ਕੀ ਕਹਾਂਗੇ? ਇਨਰਟ ਗੈਸਿਸ ਬੋਲਾਂਗੇ, ਜਾਂ ਨੋਬਲ ਗੈਸਿਸ ਬੋਲਾਂਗੇ। ਇਹ ਕਿਸੇ ਨਾਲ ਨਾ ਇਲੈਕਟ੍ਰੋਨ ਅਸੈਪਟ ਕਰਨਗੇ, ਨਾ ਡੋਨੇਟ ਕਰਨਗੇ, ਕੋਈ ਵੀ ਤਰ੍ਹਾਂ ਦੀ ਸ਼ੇਅਰਿੰਗ ਨਹੀਂ ਕਰਦੇ ਹੈਗੇ। ਇਹ ਐਜ਼ ਏ ਮੋਨੋ ਅਟੋਮਿਕ ਮਿਲਦੇ ਹੈਗੇ ਆ। ਜਿਵੇਂ ਹਾਈਡਰੋਜਨ ਸੀਗਾ ਡਾਈ ਅਟੋਮਿਕ ਸੀ, ਪਰ ਇਹ ਕੀ ਹੈ? ਐਜ਼ ਏ ਮੋਨੋ ਅਟੋਮਿਕ, ਇਕੱਲੇ ਹੀ ਕਣੂ ਦੇ ਰੂਪ ਦੇ ਵਿੱਚ, ਮੋਲੀਕਿਊਲ ਦੇ ਰੂਪ 'ਚ ਹੁੰਦੇ ਆ। ਤਾਂਹੀਓ ਕਰਕੇ ਇਹਨਾਂ ਦਾ ਸਾਈਜ਼ ਕੀ ਹੈ? ਜ਼ਿਆਦਾ ਹੁੰਦਾ, ਅਤੇ ਕਿਸੇ ਨਾਲ ਕਿਰਿਆ ਨਹੀਂ ਕਰਦੇ। ਫਲੋਰੀਨ ਜਿਹੜੀ ਹੈਗੀ ਆ ਉਹ ਬਹੁਤ ਰਿਐਕਟਿਵ ਮੈਟਲ ਹੈ। ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੁੰਦੀ ਹੈਗੀ ਆ ਫਲੋਰੀਨ। ਅਤੇ ਆਕਸੀਜਨ ਵਗੈਰਾ ਇਲੈਕਟ੍ਰੋਨੈਗੇਟਿਵ ਹੈ। ਇਲੈਕਟ੍ਰੋਪੋਜ਼ੀਟਿਵ ਐਲੀਮੈਂਟਸ ਹੈਗੀਆਂ ਜਿੰਨੀਆਂ ਵੀ ਮੈਟਲਸ ਹੈਗੀਆਂ, ਉਹ ਕੈਟਾਈਨ ਬਣਾਉਂਦੀਆਂ। ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਉਹ ਕੀ ਬਣਾਉਣਗੀਆਂ? ਕੈਟਾਈਨ ਜਾਂ ਐਨਾਈਨਸ ਕੈਟਾਈਨ ਬਣਾਉਣਗੀਆਂ। ਠੀਕ ਹੈ। ਅਤੇ ਆਹ ਵਿੱਚ ਵਾਲੀਆਂ ਜਿਹੜੀਆਂ ਸੈਂਟਰ 'ਚ ਆ ਜਾਂਦੀਆਂ 3 ਤੋਂ ਲੈ ਕੇ 10ਵੇਂ ਗਰੁੱਪ 11 12 ਇਹਨਾਂ ਗਰੁੱਪ ਤੱਕ, ਤਾਂ ਇਹਨਾਂ ਨੂੰ ਕੀ ਕਹਿੰਦੇ ਹਾਂ? ਅਸੀਂ ਮੈਟਲਸ ਕਹਿੰਦੇ ਹੈਗੇ ਆ। ਠੀਕ ਹੈ। ਇਹਨਾਂ ਨੂੰ ਕੀ ਕਹਾਂਗੇ? ਮੈਟਲਸ ਕਹਾਂਗੇ। ਔਰ ਮੈਟਲਾਈਡਸ ਦੇ ਬਾਰੇ ਕਰ ਸਕਦੇ ਹੋ। ਦੀਜ਼ ਆਰ ਦੀ ਮੈਟਲਾਈਡਸ। ਮੈਟਲਾਈਡ ਜੋ ਪਿੰਕ ਪੋਰਸ਼ਨ 'ਚ ਦਿਖਾਇਆ, ਇਹਨਾਂ ਨੂੰ ਇਹਨਾਂ ਦੀ ਕੰਪਿਊਟਰ ਦੇ ਵਿੱਚ ਚਿੱਪ ਬਣਾਉਣ ਲਈ, ਜਾਂ ਐਜ਼ ਏ ਸੈਮੀ ਕੰਡਕਟਰ 'ਤੇ ਸਿਲੀਕਨ, ਜਰਮੇਨੀਅਮ ਵਗੈਰਾ ਦੀਆਂ ਚਿਪਸ ਅਸੀਂ ਕੰਪਿਊਟਰ 'ਚ, ਕਿਉਂਕਿ ਇਹ ਫੋਟੋ ਸੈਂਸਿਟਿਵ ਹੁੰਦੇ ਆ ਜਰਾ, ਕਿ ਕੰਪਿਊਟਰ ਨੂੰ ਇਲੈਕਟ੍ਰੀਸਿਟੀ ਚਾਹੀਦੀ ਹੁੰਦੀ ਹੈ, ਤਾਂ ਇਹ ਸੈਮੀ ਕੰਡਕਟਰ ਦਾ ਕੰਮ ਕਰਦੇ ਆ। ਇਹਨਾਂ ਨੂੰ ਇਲੈਕਟ੍ਰੋਨਿਕ ਡਿਵਾਈਸਿਸ, ਸੋਲਰ ਪੈਨਲ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ ਚਿੱਪ ਵਗੈਰਾ ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈਗਾ। ਠੀਕ ਹੈ। ਇਹਦੇ ਵਿੱਚ ਕੋਈ ਸ਼ਾਰਟਕਮਿੰਗ ਨਹੀਂ ਹੈ। ਅੱਜ ਦਾ ਮੇਨ ਟੋਪਿਕ ਸੀਗਾ ਤੁਹਾਡਾ ਪੀਰੀਓਡਿਕ ਟੇਬਲ ਦੀਆਂ ਸ਼ਾਰਟਕਮਿੰਗ। ਸਭ ਤੋਂ ਪਹਿਲਾਂ ਸੀਗਾ ਸਾਡਾ ਡੋਬਨੀਅਰ ਵਾਲਾ। ਠੀਕ ਹੈ। ਮੇਨ ਟੋਪਿਕ ਪਹਿਲਾਂ ਤੁਹਾਨੂੰ ਕਰਾ ਚੁੱਕੇ ਹਾਂ, ਇੱਕ ਵੀਡੀਓ ਪਾਈ ਸੀਗੀ, ਪਰ ਮੇਨ ਟੋਪਿਕ ਕੀ ਆ ਅੱਜ? ਸਿਰਫ ਕਮੀਆਂ, ਕਿ ਕੀ ਕਮੀਆਂ ਹੈਗੀਆਂ
ਤਾਂ ਜਿਹੜਾ ਡੋਬਨੀਅਰ ਦੀਆਂ ਸ਼ਾਰਟਕਮਿੰਗ ਸੀ ਉਹ ਸਿਰਫ 9 ਐਲੀਮੈਂਟਸ ਤੱਕ ਹੀ ਲਿਮਿਟਡ ਸੀ। 9 ਦੇ ਆ 3 ਗਰੁੱਪ ਬਣ ਗਏ। ਜਿਵੇਂ ਨਾਈਟ੍ਰੋਜਨ ਅਤੇ ਆਰਸੈਨਿਕ ਦਾ ਜਦੋਂ ਐਵਰੇਜ ਮਾਸ ਕੱਢਦੇ ਹੈਗੇ ਆ ਤਾਂ ਉਹ ਫੋਸਫੋਰਸ ਦੇ ਇਕੁਅਲ ਆ ਜਾਏਗਾ, ਪਰ ਬਾਕੀ ਹੋਰ ਐਲੀਮੈਂਟਸ 'ਤੇ ਇਹ ਨਿਯਮ ਕੀ ਹੈ ਲਾਗੂ ਨਹੀਂ ਹੁੰਦਾ ਸੀ। ਉਹਨਾਂ ਦੇ ਦੀਆਂ ਅਸੀਂ ਇੱਦਾਂ ਟ੍ਰਿਪਲੇਟ ਟਰਾਈਏਡਸ ਨਹੀਂ ਬਣਾ ਸਕੇ। ਠੀਕ ਹੈ, ਡੋਬਨੀਅਰ ਨਹੀਂ ਬਣਾ ਸਕਿਆ ਅਸੀਂ ਤਾਂ ਕਿਆ। ਠੀਕ ਹੈ, ਉਸ ਤੋਂ ਬਾਅਦ ਨਿਊਲੈਂਡ ਸਕੇਲ। ਨਿਊਲੈਂਡ ਨੇ ਜਿਹੜੇ ਐਲੀਮੈਂਟਸ ਨੂੰ ਸੀ ਕਿਵੇਂ ਅਰੇਂਜ ਕੀਤਾ ਸੀਗਾ ਮਿਊਜ਼ੀਕਲ ਸਕੇਲ ਦੇ ਅਕੋਰਡਿੰਗ। ਤਾਂ ਪਹਿਲਾਂ 7 ਆ ਗਏ ਹਾਈਡਰੋਜਨ ਤੋਂ ਆਕਸੀਜਨ ਤੱਕ, ਫਿਰ 8ਵਾਂ ਐਲੀਮੈਂਟ ਕੀ ਹੈ, ਫਿਰ ਪਹਿਲੇ ਗਰੁੱਪ 'ਚ ਆ ਜਾਊਗਾ। ਪਰ ਅਗਰ ਦੇਖਿਆ ਜਾਏ ਤਾਂ ਇਸ 'ਚ ਸ਼ਾਰਟਕਮਿੰਗ ਕੀ ਹੈਗੀ ਆ, ਹਾਈਡਰੋਜਨ ਗੈਸ ਹੈ, ਕੋਬਾਲਟ ਧਾਤ ਹੈਗੀ ਹੈ, ਨਿਕਲ ਠੋਸ ਹੈਗਾ ਧਾਤ ਹੈਗੀ ਹੈ। ਤਾਂ ਇੱਦਾਂ ਦੀਆਂ ਕਮੀਆਂ ਉਹਨੂੰ ਨਜ਼ਰ ਆਈਆਂ। ਉਸ ਟਾਈਮ 'ਤੇ ਸਿਰਫ 56 ਐਲੀਮੈਂਟਸ ਜੋ ਹੈ ਐਗਜ਼ਿਸਟ ਕਰਦੇ ਸੀ, ਬਾਕੀ ਪਤਾ ਨਹੀਂ ਸੀਗਾ, ਮਤਲਬ ਐਗਜ਼ਿਸਟ ਤਾਂ ਕਰਦੇ ਸੀਗੇ, ਨੌਲੇਜ ਨਹੀਂ ਸੀਗੀ। ਠੀਕ ਹੈ, ਫਿਰ ਮੈਂਡਲੀਵ ਨੇ ਜਿਹੜਾ ਪੀਰੀਓਡਿਕ ਟੇਬਲ ਸੀ ਐਟੋਮਿਕ ਮਾਸ ਦੇ ਅਕੋਰਡਿੰਗ ਬਣਾਇਆ। ਉਹਨੇ ਹਾਈਡਰੋਜਨ ਦੀ ਪੋਜੀਸ਼ਨ ਦੇ ਬਾਰੇ ਉਹਨੂੰ ਸਹੀ ਤਰ੍ਹਾਂ ਐਕਸਪਲੇਨ ਨਹੀਂ ਕਰ ਸਕਿਆ। ਠੀਕ ਹੈ, ਵੀ ਕਿੱਥੇ ਰੱਖਣਾ ਚਾਹੀਦਾ, ਪਹਿਲੇ ਗਰੁੱਪ 'ਚ ਰੱਖਣਾ ਚਾਹੀਦਾ ਕਿ 8ਵੇਂ ਗਰੁੱਪ 'ਚ ਰੱਖਣਾ ਚਾਹੀਦਾ। ਔਰ ਐਟੋਮਿਕ ਮਾਸ ਦੇ ਅਕੋਰਡਿੰਗ ਅਗਰ ਤੁਸੀਂ ਲਗਾਤਾਰ ਇਹਨੂੰ ਪੜ੍ਹੋ 1 6 9 10 12 14 15 18, ਠੀਕ ਹੈ, ਇੱਥੇ ਆ ਕੇ ਦੇਖੋ 24 ਤੋਂ ਬਾਅਦ 29 ਆ ਗਿਆ। 29 ਤੋਂ ਠੀਕ ਹੈ, ਵੱਧ ਮਾਸ ਵਾਲਾ ਕਿਵੇਂ ਪਹਿਲਾਂ ਲਿਖ ਸਕਦੇ ਹੈਗੇ ਆ। ਤਾਂ ਇੱਦਾਂ ਦੀਆਂ ਸ਼ਾਰਟਕਮਿੰਗ ਸੀ। ਬਾਕੀ ਤੁਸੀਂ ਇੱਧਰ ਦੇਖੋ ਹਜੇ ਤੱਕ ਇੱਕ ਭਰ ਰਿਹਾ ਹੈਗਾ। ਇਹਦੇ ਵਿੱਚ ਕੈਲਸ਼ੀਅਮ ਅਤੇ ਜ਼ਿੰਕ ਦੀਆਂ ਪ੍ਰੋਪਰਟੀਜ਼ ਸੇਮ, ਪੋਟਾਸ਼ੀਅਮ ਅਤੇ ਕੋਪਰ ਦੀਆਂ ਪ੍ਰੋਪਰਟੀਜ਼ ਕਿਵੇਂ ਸੇਮ ਹੋ ਸਕਦੀਆਂ ਅਗਰ ਇੱਕੋ ਹੀ ਗਰੁੱਪ 'ਚ ਹੈਗੇ ਆ। ਪਰ ਜਦੋਂ ਐਕਚੁਅਲ 'ਚ ਇਹਨਾਂ ਦੀਆਂ ਪ੍ਰੋਪਰਟੀਜ਼ ਸੇਮ ਨਹੀਂ ਹੈ। ਪੋਟਾਸ਼ੀਅਮ ਬਹੁਤ ਰਿਐਕਟਿਵ ਮੈਟਲ ਹੈ, ਪਰ ਕੋਪਰ ਕੀ ਹੈ ਇਨਐਕਟਿਵ, ਘੱਟ ਰਿਐਕਟਿਵ ਹੈ। ਕਰਦੀ ਤਾਂ ਹੈ, ਰਿਐਕਟਿਵ ਤਾਂ ਹੈ, ਪਰ ਐਜ਼ ਕੰਪੇਅਰ ਟੂ ਪੋਟਾਸ਼ੀਅਮ ਕੀ ਹੈ ਘੱਟ ਐਕਟਿਵ ਹੈਗੀ ਹੈ। ਤਾਂ ਇੱਕ ਹਾਈਡਰੋਜਨ ਦੀ ਪੋਜੀਸ਼ਨ ਨਹੀਂ ਐਕਸਪਲੇਨ ਕਰ ਸਕਿਆ, ਆਈਸੋਟੋਪ ਦੇ ਬਾਰੇ ਨਹੀਂ ਉਹ ਦੱਸ ਸਕਿਆ, ਔਰ ਵੱਧ ਐਟੋਮਿਕ ਮਾਸ ਵਾਲੇ ਐਲੀਮੈਂਟਸ ਕੀ ਹੈ ਪਹਿਲਾਂ ਅਰੇਂਜ ਹੋਏ। ਤਾਂ ਐਟੋਮਿਕ ਮਾਸ ਦੇ ਅਕੋਰਡਿੰਗ ਜਿਹੜਾ ਹੈਗਾ ਇਹ ਅਸੀਂ ਨਹੀਂ ਦੱਸ, ਮਤਲਬ ਐਕਸੈਪਟੈਂਸ ਨਹੀਂ ਮਿਲੀ ਹੈਗੀ ਇਹਨੂੰ। ਤਾਂ ਇਹਦਾ ਮਤਲਬ ਸਭ ਤੋਂ ਵਧੀਆ ਜਿਹੜਾ ਹੈਗਾ ਮਾਡਰਨ ਪੀਰੀਓਡਿਕ ਟੇਬਲ ਹੀ ਜਿਹਨੂੰ ਕਿਹਾ ਜਾਂਦਾ, ਉਹਦੀ ਵਰਜ਼ਨ ਹੈਗਾ ਸੈਕਿੰਡ ਵਰਜ਼ਨ, ਯੂ ਕੈਨ ਸੇ ਦੀ ਇੰਪਰੂਵਡ ਵਰਜ਼ਨ। ਜਿਸ ਤਰ੍ਹਾਂ ਸਾਡੇ ਮੋਬਾਈਲ ਦੇ ਵਿੱਚ ਐਪ ਦਾ ਨਵਾਂ ਵਰਜ਼ਨ ਆਉਂਦਾ, ਉਵੇਂ ਅਪਡੇਟਡ ਫਾਰਮ ਆਫ ਦੀ ਪੀਰੀਓਡਿਕ ਟੇਬਲ ਹੈਗਾ ਮਾਡਰਨ ਪੀਰੀਓਡਿਕ ਟੇਬਲ। ਇਸ ਦੇ ਵਿੱਚ ਅਸੀਂ ਐਟੋਮਿਕ ਨੰਬਰ ਦੇ ਅਕੋਰਡਿੰਗ ਰੱਖਿਆ ਹੋਇਆ। ਇਸ ਦੇ ਵਿੱਚ ਈਵਨ ਠੀਕ ਹੈ ਮਤਲਬ ਸਾਰਿਆਂ ਦੀ ਗਰੁੱਪਿੰਗ ਕੀਤੀ ਹੋਈ ਹੈ ਅੱਛੀ ਤਰ੍ਹਾਂ। ਤਾਂ ਇਹਨਾਂ ਦੇ ਸਾਰਿਆਂ ਦੇ ਕਰੈਕਟਰ, ਜਿਵੇਂ ਪਹਿਲੇ ਗਰੁੱਪ ਦੀ ਗੱਲ ਕਰ ਰਹੇ ਹਾਂ ਹਾਈਡਰੋਜਨ, ਲਿਥੀਅਮ, ਸੋਡੀਅਮ, ਪੋਟਾਸ਼ੀਅਮ, ਇਹਨਾਂ ਦੇ ਸੇਮ ਕਰੈਕਟਰਸ ਹੋਣਗੇ। ਕੈਮੀਕਲ ਪ੍ਰੋਪਰਟੀਜ਼ ਸੇਮ ਹੋਣਗੀਆਂ। ਫਿਜ਼ੀਕਲ ਪ੍ਰੋਪਰਟੀ ਐਜ਼ ਵੀ ਗੋ ਡਾਊਨ ਦੀ ਗਰੁੱਪ ਚੇਂਜ ਹੁੰਦੀਆਂ ਰਹਿੰਦੀਆਂ ਕਿਉਂਕਿ ਸਾਈਜ਼ ਇਨਕਰੀਜ਼ ਹੁੰਦਾ ਰਹਿੰਦਾ। ਹਾਈਡਰੋਜਨ ਗੈਸ ਹੈ, ਲਿਥੀਅਮ, ਸੋਡੀਅਮ, ਪੋਟਾਸ਼ੀਅਮ ਕੀ ਹੈ ਮੈਟਲਸ ਹੈਗੀਆਂ। ਅਤੇ ਸੀਜ਼ੀਅਮ, ਫ੍ਰੈਂਸੀਅਮ ਦੀਜ਼ ਆਰ ਆਲਸੋ ਦੀ ਮੈਟਲਸ। ਅਤੇ ਇੱਦਾਂ ਦੇਖ ਸਕਦੇ ਹੋ ਰੇਡੀਓ ਐਕਟਿਵ ਐਲੀਮੈਂਟਸ ਹੈ, ਮੈਟਲਸ ਹੈ, ਨੋਨ ਮੈਟਲਸ ਇੱਧਰ ਸੈਂਟਰ 'ਚ ਪਿੰਕ ਵਾਲੀਆਂ ਮੈਟਲਾਈਡਸ ਹੈਗੀਆਂ, ਅਲਕਲੀ ਮੈਟਲ, ਅਲਕਲਾਈਨ ਮੈਟਲਸ। ਇਹਨਾਂ ਦੇ ਕੱਲ੍ਹ ਤੁਹਾਨੂੰ ਦੱਸਿਆ ਸੀ ਜਿਹੜਾ ਸੋਡੀਅਮ ਹੈ ਦਾ ਆਕਸਾਈਡ ਕੀ ਹੋਏਗਾ, ਬੇਸਿਕ ਹੋਏਗਾ। ਠੀਕ ਹੈ, ਬੇਸਿਕ ਇਨ ਨੇਚਰ। ਪਰ ਜਿਹੜੇ ਨੋਨ ਮੈਟਲ ਹੈ ਉਹਨਾਂ ਦੇ ਆਕਸਾਈਡ ਕੀ ਹੋਣਗੇ, ਐਸਿਡਿਕ ਇਨ ਨੇਚਰ, ਐਜ਼ ਆਈ ਐਕਸਪਲੇਨਡ ਇਨ ਦੀ ਪ੍ਰੀਵੀਅਸ video. Thank you for watching. This lecture only contains the limitation of periodic table. What are the limitation of periodic table? shortcoming ਕੀ ਹੈ, anomalies ਕੀ ਹੈ, ਕੀ ਕਮੀਆਂ ਰਹਿ ਗਈਆਂ ਹੈਗੀਆਂ। ਤਾਂ ਸਭ ਤੋਂ ਵਧੀਆ ਕੀ ਹੈ ਐਟੋਮਿਕ ਨੰਬਰ ਦੇ ਅਕੋਰਡਿੰਗ ਹੀ ਵਧੀਆ। ਤੁਹਾਡੇ ਰੋਲ ਨੰਬਰ ਵੀ ਤਾਂ ਅਸੀਂ ਇੱਦਾਂ ਹੀ ਲਗਾਉਂਦੇ ਹਾਂ ਬੇਟਾ, ਕਲਾਸ 'ਚ ਰੋਲ ਨੰਬਰ 1 2 3 ਇੱਦਾਂ ਸਾਰਾ ਮੇਨਟੇਨ ਕਰਨਾ ਸੌਖਾ ਰਹਿੰਦਾ ਹੈਗਾ। ਤਾਂ ਇਹਨਾਂ ਨੂੰ ਵੀ ਨੰਬਰ ਆਫ ਇਲੈਕਟ੍ਰੋਨਸ ਦੇ ਅਕੋਰਡਿੰਗ ਅਰੇਂਜ ਕੀਤਾ ਗਿਆ ਹੈਗਾ। ਈਵਨ ਜਿਹੜੇ ਐਲੀਮੈਂਟਸ ਡਿਸਕਵਰਡ ਨਹੀਂ ਹੋਏ ਉਹਨਾਂ ਲਈ ਵੀ ਪੋਜੀਸ਼ਨ ਇੱਥੇ ਛੱਡੀ ਹੋਈ ਹੈ ਲਾਸਟ 'ਤੇ। ਠੀਕ ਹੈ, ਕਿ ਜਦੋਂ ਵੀ ਡਿਸਕਵਰ ਹੋਣਗੇ ਤਾਂ ਇਸ ਗਰੁੱਪ ਇਸ ਪੀਰੀਅਡ 'ਚ ਆਉਣਗੇ। ਤਾਂ ਉੱਦਾਂ ਦੀਆਂ ਇਹਨਾਂ ਨੇ ਥੋੜ੍ਹਾ ਜਿਹਾ ਸਪੇਸ ਦਿੱਤੀ ਹੋਈ ਆ ਉਹਨਾਂ ਨੂੰ। ਐਕਵਾ ਯੂਰੇਨੀਅਮ ਇੱਦਾਂ ਦੇ ਨਾਮ ਦੇ ਕੇ ਉਹਨਾਂ ਨੇ ਲਿਖਿਆ ਹੋਇਆ। ਠੀਕ, ਥੈਂਕ ਯੂ ਫॉर ਵਾਚਿੰਗ ਦੀ ਵੀਡੀਓ and this is only for the revision. ठीक है, थैंक यू अगेन।